बिस्मिल्लाहिर्रहमानिर्रहीम। अस्सलाम वालेकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ ईमान दे विच रखे। अज दे वीलॉग दे विच मैं तुहानूं एक इंतहाई अफसोसनाक वाकया आ जिहड़ी तुसीं तस्वीर वेख रहे हो, ਇਹ ਕੈਨੇਡਾ ਦੇ ਵਿੱਚ ਰਹਿਣ ਵਾਲੇ ਦੋ ਮੀਆਂ ਬੀਵੀ ਸੀ ਜਿਹੜੇ ਬੜੇ ਖੂਬਸੂਰਤ ਸੀ। ਇਹ ਕੈਨੇਡਾ ਦੇ ਵਿੱਚ ਜਿਸ ਵੇਲੇ ਰਹਿੰਦੇ ਸੀ ਤੇ ਉੱਥੇ ਰਹਿ ਕੇ ਇਹਨਾਂ ਨੇ ਪਲਾਨਿੰਗ ਬਣਾਈ ਕਿ ਆਪਾਂ ਹੋਰ ਤਰੱਕੀ ਕਰੀਏ। ਇੱਥੇ ਕੈਨੇਡਾ ਦੇ ਵਿੱਚ ਰਹਿ ਕੇ ਤੇ ਪਾਕਿਸਤਾਨ ਦੇ ਵਿੱਚੋਂ ਕੋਈ ਗਾਰਮੈਂਟਸ ਦੀਆਂ ਚੀਜ਼ਾਂ ਕੱਪੜਾ ਵਗੈਰਾ ਖਰੀਦ ਕੇ ਲਿਆਈਏ ਔਰ ਇੱਥੇ ਵੇਚੀਏ ਤੇ ਆਪਾਂ ਹੋਰ ਤਰੱਕੀ ਕਰੀਏ। ਇਹ ਦੋਵੇਂ ਮੀਆਂ ਬੀਵੀ ਇਸ ਤਰ੍ਹਾਂ ਦੀ ਪਲਾਨਿੰਗ ਬਣਾ ਕੇ ਮਾਰਚ 2024 ਦੇ ਵਿੱਚ ਪਾਕਿਸਤਾਨ ਆਉਂਦੇ ਨੇ। ਔਰ ਜਿਸ ਵੇਲੇ ਪਾਕਿਸਤਾਨ ਆਉਂਦੇ ਨੇ ਤੇ ਉਹਦੇ ਸ਼ੌਹਰ ਨੂੰ ਪਾਕਿਸਤਾਨ ਆਉਂਦਿਆਂ ਹੀ ਮਾਰ ਦਿੱਤਾ ਜਾਂਦਾ। ਤੇ ਉਸ ਦੇ ਸ਼ੌਹਰ ਨੂੰ ਕਿਉਂ ਮਾਰਿਆ ਜਾਂਦਾ ਔਰ ਉਹਦੀ ਮਾਰਨੇ ਦੀ ਵਜ੍ਹਾ ਕੀ ਸੀ ਔਰ ਸਾਰੀ ਇਹ ਜਿਹੜੀ ਪਲਾਨਿੰਗ ਬਣਾਈ ਸੀ ਆਇਆ ਇਹਦੇ ਨਾਲ ਇਸ ਪਲਾਨਿੰਗ ਦੇ ਵਿੱਚ ਇਹਨੂੰ ਮਾਰਨੇ ਦਾ ਵੀ ਕੋਈ ਸੋਚਿਆ ਗਿਆ ਸੀ? ਉਹਦੀ ਮੁਕੰਮਲ ਤਫਸੀਲਾਤ ਕਿ ਇਹਨੂੰ ਕਿਉਂ ਮਾਰਿਆ ਗਿਆ, ਇਹਦੀ ਕਿਹਦੇ ਨਾਲ ਦੁਸ਼ਮਣੀ ਸੀ, ਉਹ ਸਾਰੀ ਅੱਜ ਇਸ ਵੀਡੀਓ ਦੇ ਵਿੱਚ ਡਿਟੇਲ ਮੈਂ ਤੁਹਾਨੂੰ ਦੱਸਾਂਗਾ। ਇਹਨੂੰ ਚੰਗੀ ਤਰ੍ਹਾਂ ਪਰਖਣੇ ਵਾਸਤੇ ਸਾਨੂੰ ਪਿੱਛੇ ਜਾਣਾ ਪਏਗਾ ਕਿ ਇਹ ਕਦੋਂ ਕਿੱਥੋਂ ਵਾਕਿਆ ਸ਼ੁਰੂ ਹੋਇਆ। ਇਹ ਲਾਹੌਰ ਦਾ ਵਾਕਿਆ ਸੀ, ਨਵੇਂ ਕੋਟ ਦਾ ਵਾਕਿਆ ਸੀ। ਉੱਥੇ ਇੱਕ ਫੈਮਿਲੀ ਰਹਿੰਦੀ ਹੈ, ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਸੀ ਜ਼ਫਰ ਦੀ ਬੀਵੀ ਦਾ ਨਾਮ ਸੀ ਨੌਸ਼ੀਨ। ਅੱਲਾਹ ਤਾਲਾ ਨੇ ਇਹਨਾਂ ਨੂੰ ਇੱਕ ਹੀ ਬੇਟਾ ਦਿੱਤਾ ਸੀ। ਉਸ ਕੱਲੇ ਪੁੱਤਰ ਦਾ ਨਾਮ ਇਹਨਾਂ ਨੇ ਰੱਖਿਆ ਸੀ ਅਲੀ ਰਜ਼ਾ। ਅਲੀ ਰਜ਼ਾ ਜਿਸ ਵੇਲੇ ਜਵਾਨ ਹੋਇਆ ਇਹਨਾਂ ਨੇ ਇਹ ਸੋਚਿਆ ਕਿ ਇਹਨੂੰ ਕਿਉਂ ਨਾ ਬਾਹਰ ਭੇਜ ਦਿੱਤਾ ਜਾਵੇ। ਖੈਰ ਜ਼ਫਰ ਨੇ ਆਪਣੀ ਜਮਾ ਪੂੰਜੀ ਜਿੰਨੀ ਵੀ ਸੀ ਇਕੱਠੀ ਕੀਤੀ, ਉਹ ਪੈਸੇ ਇਕੱਠੇ ਕੁੱਠੇ ਕਰਕੇ ਤੇ ਆਪਣੇ ਪੁੱਤਰ ਅਲੀ ਰਜ਼ਾ ਨੂੰ ਬਾਹਰ ਭੇਜ ਦਿੱਤਾ। ਅਲੀ ਰਜ਼ਾ ਜਿਹੜਾ ਉਹ ਕੈਨੇਡਾ ਚਲਾ ਗਿਆ। ਉੱਥੇ ਇਹਨੇ ਜਾ ਕੇ ਕਾਗਜ਼ ਅਪਲਾਈ ਕੀਤੇ, ਇਹਨੂੰ ਕੈਨੇਡੀਅਨ ਸ਼ਹਿਰੀਅਤ ਜਿਹੜੀ ਆ ਉੱਥੇ ਮਿਲ ਗਈ। ਜਿਸ ਵੇਲੇ ਇਹਨੂੰ ਕੈਨੇਡੀਅਨ ਸ਼ਹਿਰੀਅਤ ਮਿਲ ਗਈ ਤੇ ਫਿਰ ਇਹਨੇ ਉੱਥੇ ਇੱਕ ਡਰਾਈਵਰ ਦੀ ਨੌਕਰੀ ਕਰਨ ਲਈ ਕੋਈ ਅੱਛੀ ਨੌਕਰੀ ਸੀ, ਨਿੱਜੀ ਕੰਪਨੀ ਦੇ ਵਿੱਚ ਇਹਨੂੰ ਮੁਲਾਜ਼ਮਤ ਮਿਲ ਗਈ। ਇਹਨੇ ਡਰਾਈਵਰੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਔਰ ਉੱਥੋਂ ਚੰਗਾ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ। ਘਰ ਵੀ ਭੇਜਦਾ ਰਿਹਾ। ਹਾਲਾਤ ਇਹਨਾਂ ਦੇ ਕੁਝ ਬਦਲ ਗਏ। ਜਿਸ ਵੇਲੇ ਸੈੱਟ ਹੋ ਗਿਆ, ਇਹਦੇ ਘਰਦਿਆਂ ਨੇ ਇਹਦੇ ਨਾਲ ਗੱਲ ਕੀਤੀ ਅਲੀ ਰਜ਼ਾ ਨਾਲ ਕਿ ਕਿਉਂ ਨਾ ਤੇਰੀ ਸ਼ਾਦੀ ਕਰ ਦਿੱਤੀ ਜਾਵੇ। ਹੁਣ ਤੂੰ ਸੈੱਟ ਹੋ ਗਿਆ ਔਰ ਅੱਛਾ ਕਮਾਉਣ ਲੱਗ ਪਿਆ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਤੇਰੀ ਸ਼ਾਦੀ ਕਰ ਦਿੱਤੀ ਜਾਵੇ। ਅਲੀ ਰਜ਼ਾ ਕਹਿੰਦਾ ਕਿ ਮੈਂ ਇੱਥੋਂ ਕੈਨੇਡਾ ਦੇ ਵਿੱਚੋਂ ਵੇਖ ਕੇ ਕੋਈ ਅੱਛੀ ਜਿਹੀ ਲੜਕੀ ਕਰ ਲੈਂਦਾ ਸ਼ਾਦੀ ਤੇ ਲੱਭ ਲੈਂਦੇ ਆ। ਇਹਦੇ ਵਾਲਿदैन ਕਹਿਣ ਲੱਗੇ ਅਸੀਂ ਕੈਨੇਡਾ ਦੇ ਵਿੱਚ ਤੇਰੀ ਸ਼ਾਦੀ ਨਹੀਂ ਕਰਨੀ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਨਾ ਉਹ ਠੀਕ ਨਹੀਂ ਹੁੰਦੀਆਂ, ਉਹਨਾਂ ਦੀ ਤਰਬੀਅਤ ਠੀਕ ਨਹੀਂ ਹੁੰਦੀ। ਅਸੀਂ ਤੇਰੀ ਸ਼ਾਦੀ ਪਾਕਿਸਤਾਨ ਦੇ ਵਿੱਚ ਕਰਾਂਗੇ ਔਰ ਪਾਕਿਸਤਾਨ ਦੇ ਵਿੱਚੋਂ ਫਿਰ ਵਿਆਹ ਕੇ ਤੇ ਤੂੰ ਲੈ ਜੀ, ਕਿਉਂਕਿ ਪਾਕਿਸਤਾਨੀ ਲੜਕੀਆਂ ਦੀ ਤਰਬੀਅਤ ਅੱਛੀ ਹੁੰਦੀ ਆ। ਤੇ ਅਲੀ ਰਜ਼ਾ ਕਹਿੰਦਾ ਠੀਕ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ। 2018 ਦੇ ਵਿੱਚ ਫਿਰ ਅਲੀ ਰਜ਼ਾ ਪਾਕਿਸਤਾਨ ਆਉਂਦਾ। ਉਹਦੀ ਸ਼ਾਦੀ ਇੱਕ ਕਨੂਤ ਨਾਮੀ ਲੜਕੀ ਦੇ ਨਾਲ ਕਰ ਦਿੱਤੀ ਜਾਂਦੀ ਆ। ਉਹ ਸ਼ਾਦੀ ਤੋਂ ਬਾਅਦ ਫਿਰ ਇਹ ਥੋੜੀ ਦੇਰ ਰਹਿ ਕੇ ਤੇ ਬਾਹਰ ਚੱਲ ਜਾਂਦਾ। ਕਨੂਤ ਤੇ ਜਾ ਕੇ ਕਾਗਜ਼ ਵਗੈਰਾ ਬਣਵਾਉਂਦਾ। ਕਨੂਤ ਦੇ ਕਾਗਜ਼ ਬਣ ਜਾਂਦੇ ਨੇ। ਕਨੂਤ ਦਾ ਵੀਜ਼ਾ ਅਪਲਾਈ ਕਰਦਾ ਔਰ ਜਿਸ ਵੇਲੇ ਕਨੂਤ ਦਾ ਵੀਜ਼ਾ ਲੱਗ ਜਾਂਦਾ ਫਿਰ ਇਹ ਕਨੂਤ ਨੂੰ ਬਾਹਰ ਬੁਲਵਾ ਲੈਂਦਾ ਆਪਣੀ ਬੀਵੀ ਨੂੰ। ਇਹ ਫਿਰ ਉੱਥੇ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੇ ਨੇ। ਇਸ ਦੌਰਾਨ ਅੱਲਾਹ ਤਾਲਾ ਨੇ ਇਹਨਾਂ ਨੂੰ 2 ਬੇਟੀਆਂ ਦਿੱਤੀਆਂ। 6 ਸਾਲ ਤੱਕ ਇਹ ਉੱਥੇ ਰਹਿੰਦੇ ਨੇ। ਕਨੂਤ ਜਿਹੜੀ ਆ ਟਿਕਟਾਕ ਵੀ ਬਣਾਉਂਦੀ ਸੀ, ਟਿਕਟਾਕਾਂ ਤੇ ਆਪਣੀਆਂ ਤਸਵੀਰਾਂ ਵੀ ਚਾੜਦੀ ਸੀ। ਉਸ ਤੋਂ ਬਾਅਦ ਕਨੂਤ ਨੇ ਇੱਕ ਦਿਨ ਆਪਣੇ ਖਾਮਦ ਸ਼ੌਹਰ ਨਾਲ ਮਸ਼ਵਰਾ ਕੀਤਾ ਕਿ ਕਿਉਂ ਨਾ ਆਪਾਂ ਕੋਈ ਹੋਰ ਤਰੱਕੀ ਕਰ ਲਈਏ, ਜ਼ਿਆਦਾ ਪੈਸੇ ਕਮਾਉਣਾ ਸ਼ੁਰੂ ਕਰ ਲਈਏ। ਉਹਨੇ ਕਿਹਾ ਕਿ ਕੀ? ਉਹਨੇ ਕਿਹਾ ਕਿ ਆਪਾਂ ਇੱਕ ਪਲਾਨ ਬਣਾਈਏ ਕਿ ਆਪਾਂ ਪਾਕਿਸਤਾਨ ਦੇ ਵਿੱਚੋਂ ਗਾਰਮੈਂਟਸ ਦੀਆਂ ਕੁਝ ਚੀਜ਼ਾਂ ਖਰੀਦ ਕੇ ਲਿਆਇਆ ਕਰੀਏ ਔਰ ਕੈਨੇਡਾ ਦੇ ਵਿੱਚ ਕੋਈ ਇੱਕ ਦੁਕਾਨ ਬਣਾ ਲਈਏ ਤੇ ਵੇਚਿਆ ਕਰੀਏ, ਸਾਨੂੰ ਕਾਫੀ ਪੈਸਾ ਮਿਲੇਗਾ। ਇਹਦੇ ਵਾਸਤੇ ਸਾਨੂੰ ਕਾਨੂੰਨੀ ਦਸਤਾਵੇਜ਼ਾਤ ਜਿਹੜੀਆਂ ਨੇ ਉਹ ਤਿਆਰ ਕਰਾਉਣੀਆਂ ਪੈਣੀਆਂ। ਅਲੀ ਰਜ਼ਾ ਕਹਿਣ ਲੱਗਾ ਕਿ ਉਹ ਵਕੀਲ ਨਾਲ ਮਸ਼ਵਰਾ ਕਰਕੇ ਤੇ ਕਰ ਲਾਂਗੇ। ਇਹਨਾਂ ਖੈਰ ਦੋਨਾਂ ਨੇ ਪਲਾਨਿੰਗ ਬਣਾਈ ਕਿ ਆਪਾਂ ਪਾਕਿਸਤਾਨ ਚਲੀਏ, ਪਾਕਿਸਤਾਨ ਜਾ ਕੇ ਗਾਰਮੈਂਟਸ ਦੀਆਂ ਫੈਕਟਰੀਆਂ ਦਾ ਵਿਜ਼ਿਟ ਕਰੀਏ, ਜਿੱਥੋਂ ਸਾਨੂੰ ਕੋਈ ਕੱਪੜਾ ਚੰਗਾ ਅੱਛਾ ਮਿਲੇ ਆਪਾਂ ਲਿਆ ਕੇ ਤੇ ਇੱਥੇ ਵੇਚੀ। ਖੈਰ ਇਹ 2024 ਮਾਰਚ ਦੇ ਵਿੱਚ ਪਾਕਿਸਤਾਨ ਦੋਨੋਂ ਜੀ ਆ ਜਾਂਦੇ ਨੇ ਤੇ ਜਿਸ ਵੇਲੇ ਆਂਦੇ ਨੇ ਆ ਕੇ ਤੇ ਘਰ ਸਾਰਿਆਂ ਨੂੰ ਮਿਲਦੇ ਜੁਲਦੇ ਨੇ, ਗੱਪਸ਼ਪ ਲਾਉਂਦੇ ਨੇ। ਫਿਰ 3 ਮਾਰਚ 2024 ਨੂੰ
ਰਾਤ 9 ਵਜੇ ਅਲੀ ਰਜ਼ਾ ਜਿਹੜਾ ਕੋਈ ਫਾਸਟ ਫੂਡ ਲੈਣ ਵਾਸਤੇ ਬਾਹਰ ਨਿਕਲਦਾ। ਨਾਲ ਹੀ ਕੋਈ ਫਾਸਟ ਫੂਡ ਦੀ ਦੁਕਾਨ ਹੋਏਗੀ, ਜਿਸ ਵੇਲੇ ਪੈਦਲ ਜਾਂਦਾ ਇੱਕ ਮੋਟਰਸਾਈਕਲ ਤੇ ਬੰਦਾ ਆਂਦਾ ਤੇ ਆ ਕੇ ਤੇ ਇਹਨੂੰ ਫਾਇਰ ਮਾਰ ਕੇ ਤੇ ਦੌੜ ਜਾਂਦਾ ਤੇ ਇਹਦਾ ਪਰਸ ਔਰ ਮੋਬਾਈਲ ਹੋ ਕੇ ਤੇ ਚਲਾ ਜਾਂਦਾ। ਜਿਸ ਵੇਲੇ ਇਹ ਸਾਰੀ ਵਾਰਦਾਤ ਹੁੰਦੀ ਆ, ਆਵਾਮ ਉੱਥੇ ਇਕੱਠੀ ਹੋ ਜਾਂਦੀ ਆ। ਰੈਸਕਿਊ 112 ਨੂੰ ਫੋਨ ਕੀਤਾ ਜਾਂਦਾ ਔਰ ਰੈਸਕਿਊ 112 ਵਾਲੇ ਆ ਜਾਂਦੇ ਨੇ। ਨਾਲ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਆ, ਥਾਣਾ ਨਵਾਂਕੋਟ ਦੀ ਪੁਲਿਸ ਜਿਹੜੀ ਆ ਉੱਥੇ ਪਹੁੰਚ ਜਾਂਦੀ ਆ। ਇਹਨੂੰ ਅਲੀ ਰਜ਼ਾ ਨੂੰ ਚੁੱਕਦੇ ਨੇ, ਹਸਪਤਾਲ ਲੈ ਜਾਂਦੇ ਨੇ, ਪੋਸਟਮਾਰਟਮ ਵਗੈਰਾ ਕਰਦੇ ਨੇ। ਉਸ ਤੋਂ ਬਾਅਦ ਅਲੀ ਰਜ਼ਾ ਨੂੰ ਜਿਹੜਾ ਪੋਸਟਮਾਰਟਮ ਤੋਂ ਬਾਅਦ ਘਰ ਲਿਆਂਦਾ ਜਾਂਦਾ। ਉਸ ਤੋਂ ਬਾਅਦ ਇਹਦੀ ਤਦਫੀਨ ਵਗੈਰਾ ਹੁੰਦੀ ਹੈ, ਦਫਨ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਤਹਿਕੀਕਾਤ ਦਾ ਆਗਾਜ਼ ਕਰਦੀ ਆ। ਪੁਲਿਸ ਜਿਹੜੀ ਆ ਫਿਰ ਮੌਕੇ ਤੇ ਜਿੰਨੇ ਵੀ ਸ਼ਵਾਹਿਦ ਨੇ ਉਥੋਂ ਇਕੱਠੇ ਕਰਦੀ ਆ ਤੇ ਫਿਰ CCTV ਕੈਮਰੇ ਦਾ ਸਹਾਰਾ ਲੈਂਦੀ ਆ। ਜਿਸ ਵੇਲੇ ਉਹਦੇ ਵਿੱਚ ਵੇਖਿਆ ਗਿਆ ਕਿ ਮੋਟਰਸਾਈਕਲ ਤੇ ਕਿਹੜਾ ਬੰਦਾ ਸੀ, ਉਹਦਾ ਹੁਲੀਆ ਕੀ ਸੀ, ਮੋਟਰਸਾਈਕਲ ਦਾ ਨੰਬਰ ਕੀ ਸੀ, ਤੇ ਉਹ ਜਿਸ ਵੇਲੇ ਪਤਾ ਲੱਗਾ ਕਿ ਇਹ ਉਮੈਰ ਨਾਮੀ ਲੜਕਾ ਸੀ, ਪੁਲਿਸ ਜਿਹੜੀ ਹੈ ਇਸ ਉਮੈਰ ਨਾਮੀ ਲੜਕੇ ਨੂੰ ਗ੍ਰਿਫਤਾਰ ਕਰ ਲੈਂਦੀ ਆ। ਗ੍ਰਿਫਤਾਰ ਕਰਕੇ ਉਮੈਰ ਨੂੰ ਪੁੱਛਗਿੱਛ ਸ਼ੁਰੂ ਕਰ ਦਿੰਦੀ ਆ। ਉਮੈਰ ਨੂੰ ਜਿਸ ਵੇਲੇ ਪੁੱਛਿਆ ਕਿ ਤੂੰ ਇਹਨੂੰ ਕਿਉਂ ਮਾਰਿਆ, ਇਹਦੇ ਨਾਲ ਤੇਰੀ ਕਿਹੜੀ ਦੁਸ਼ਮਣੀ ਸੀ, ਉਹਨੇ ਕਿਹਾ ਕਿ ਇਹਨੂੰ ਮੈਂ ਨਹੀਂ ਮਾਰਿਆ ਬਲਕਿ ਇਹਨੂੰ ਮੇਰੇ ਕੋਲੋਂ ਮਰਵਾਇਆ ਗਿਆ। ਉਹਨੇ ਕਿਹਾ ਕਿ ਉਹ ਕੌਣ ਸੀ ਜਿਹਨੇ ਤੇਰੇ ਕੋਲੋਂ ਇਹਨੂੰ ਮਰਵਾਇਆ? ਉਹਨੇ ਕਿਹਾ ਕਿ ਇਹਦੀ ਬੀਵੀ ਕਨੂਤ। ਪੁਲਿਸ ਨੇ ਫੌਰਨ ਕਨੂਤ ਨੂੰ ਵੀ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਦੋਨਾਂ ਨੂੰ ਕਟਹਿਰੇ ਦੇ ਵਿੱਚ ਜਿਸ ਵੇਲੇ ਖੜਾ ਕੀਤਾ, ਤਫਤੀਸ਼ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਕਨੂਤ ਕੋਲੋਂ ਪੁੱਛਿਆ ਗਿਆ, ਹਾਂ ਬਈ ਤੂੰ ਆਪਣੇ ਸ਼ੌਹਰ ਨੂੰ, ਖਾਮਦ ਨੂੰ ਕਿਉਂ ਮਰਵਾਇਆ? ਕਨੂਤ ਕਹਿਣ ਲੱਗੀ ਕਿ ਅਸੀਂ ਦੋਨੋਂ ਮੀਆਂ ਬੀਵੀ ਕੈਂਡੀਆਂ ਦੀ ਸ਼ਰੀਅਤ ਰੱਖਦੇ ਸੀ ਔਰ ਸਾਡੀਆਂ 2 ਬੇਟੀਆਂ ਸੀ, ਬਹੁਤ ਅੱਛੀ ਜ਼ਿੰਦਗੀ ਗੁਜ਼ਾਰ ਰਹੇ ਸੀ ਕਿ ਇਹ ਉਮੈਰ ਜਿਹੜਾ ਇਹ ਮੇਰਾ ਬਚਪਨ ਦਾ ਫਰੈਂਡ ਸੀ, ਦੋਸਤ ਸੀ, ਅਸੀਂ ਦੋਨੋਂ ਇੱਕ ਦੂਜੇ ਨਾਲ ਪਿਆਰ ਕਰਦੇ ਸੀ। ਸ਼ਾਦੀ ਤੋਂ ਬਾਅਦ ਮੈਂ ਇਹਨੂੰ ਭੁੱਲ ਗਈ ਸੀ। ਉਸ ਤੋਂ ਬਾਅਦ ਮੈਂ ਅੱਛੀ ਜ਼ਿੰਦਗੀ ਕੈਨੇਡਾ ਦੇ ਵਿੱਚ ਗੁਜ਼ਾਰ ਰਹੀ ਸੀ ਤੇ ਮੈਨੂੰ ਇਹ ਯਾਦ ਨਹੀਂ ਸੀ ਆਉਂਦਾ। ਲੇਕਿਨ ਉਮੈਰ ਨੇ ਇੱਕ ਦਿਨ ਮੈਨੂੰ ਫੋਨ ਕੀਤਾ ਬਤੌਰ ਦੋਸਤ। ਇਹ ਫੋਨ ਫਿਰ ਕਰਦਾ ਰਹਿੰਦਾ ਸੀ, ਮੇਰੇ ਨਾਲ ਰਾਬਤੇ 'ਚ ਰਹਿੰਦਾ ਸੀ ਬਤੌਰ ਦੋਸਤ, ਫਰੈਂਡਲੀ ਤੌਰ ਤੇ। ਲੇਕਿਨ ਫਿਰ ਜਿਸ ਵੇਲੇ ਇਹਨੇ ਵੇਖਿਆ ਕਿ ਕਨੂਤ ਬਹੁਤ ਅੱਛੇ ਤਰੀਕੇ ਨਾਲ ਕੈਨੇਡਾ ਦੇ ਵਿੱਚ ਸੈੱਟ ਹੋ ਗਈ ਆ ਤੇ ਮੈਂ ਹਜੇ ਤੱਕ ਉਵੇਂ ਰੁਲਦਾ ਫਿਰਦਾ, ਇਹਨੇ ਫਿਰ ਪਿਆਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵੇਲੇ ਪਿਆਰ ਦੀਆਂ ਗੱਲਾਂ ਸ਼ੁਰੂ ਕੀਤੀਆਂ, ਮੇਰਾ ਦਿਲ ਸੀ ਜਿਹੜਾ ਉਹ ਪਿਘਲ ਗਿਆ, ਮੋਮ ਹੋ ਗਿਆ ਤੇ ਇਹਨੇ ਫਿਰ ਮੁਹੱਬਤ ਜਿਹੜੀ ਹੈ ਇੱਕ ਵਾਰੀ ਮੇਰੇ ਦਿਲ ਦੇ ਵਿੱਚ ਉਹ ਬਚਪਨ ਦੀ ਜਗਾ ਦਿੱਤੀ। ਤੇ ਮੈਂ ਫਿਰ ਇਹਦੇ ਨਾਲ ਇਹ ਸਾਰੀ ਪਲਾਨਿੰਗ ਬਣਾਈ ਤੇ ਉਹਨੇ ਕਿਹਾ ਹੁਣ ਤੂੰ ਚੁੱਪ ਕਰ। ਹੁਣ ਉਮੈਰ ਕੋਲੋਂ ਤਫਤੀਸ਼ ਸ਼ੁਰੂ ਕਰਤੀ। ਉਮੈਰ ਕੋਲੋਂ ਪੁੱਛਿਆ, ਉਮੈਰ ਨੇ ਕਿਹਾ ਕਿ ਮੈਂ ਇੱਥੇ ਪਾਕਿਸਤਾਨ ਦੇ ਵਿੱਚ ਧੱਕੇ ਖਾਂਦਾ ਸੀ, ਮੈਂ ਇਹ ਚਾਹੁੰਦਾ ਸੀ ਕਿ ਤੇਰੇ ਸ਼ੌਹਰ ਨੂੰ, ਹਾਮਦ ਨੂੰ ਮਾਰ ਕੇ ਤੇ ਸੁੱਟ ਦਿੰਦੇ ਆ ਤੇ ਉਹਨੂੰ ਚੋਰੀ ਔਰ ਡਕੈਤੀ ਦਾ ਰੰਗ ਦੇ ਦਿੰਦੇ ਆ। ਇਹ ਸਾਰੀ ਅਸੀਂ ਦੋਨਾਂ ਨੇ ਪਲਾਨਿੰਗ ਬਣਾਈ ਸੀ, ਪਾਕਿਸਤਾਨ ਆਉਣ ਦੀ, ਗਾਰਮੈਂਟਸ ਦੀ ਦੁਕਾਨ ਬਣਾਉਣ ਦੀ, ਸਾਰੀਆਂ ਇਸ ਤਰ੍ਹਾਂ ਤੂੰ ਆ ਇਹਨੂੰ ਲੈ ਕੇ, ਉਦਾਂ ਤਾਂ ਇਹਨੇ ਪਾਕਿਸਤਾਨ ਨਹੀਂ ਆਣਾ। ਫਿਰ ਇਹਨੂੰ ਚੋਰੀ ਡਕੈਤੀ ਦਾ ਰੰਗ ਦੇ ਦਿਆਂਗੇ ਵਾਰਦਾਤ ਨੂੰ ਤੇ ਕਹਿਣਗੇ ਪਤਾ ਨਹੀਂ ਕੌਣ ਮਾਰਿਆ ਆ ਗਿਆ। ਤੇ ਫਿਰ ਜਦੋਂ ਤੂੰ ਵਾਪਸ ਚੱਲ ਜਾਏਗੀ, ਜਾ ਕੇ ਸੈੱਟ ਹੋ ਜਾਏਗੀ ਤੇ ਮੈਨੂੰ ਵੀ ਬੁਲਾ ਲੈਣਾ ਤੇ ਮੈਂ ਵੀ ਫਿਰ ਉਧਰ ਆ ਕੇ ਤੇ ਸੈੱਟ ਹੋ ਜਾਵਾਂਗਾ, ਦੋਨੋਂ ਉੱਥੇ ਰਵਾਂਗੇ, ਜੈਸ਼ੀ ਦੀ ਜ਼ਿੰਦਗੀ ਗੁਜ਼ਾਰਾਂਗੇ। ਇਸ ਤਰ੍ਹਾਂ ਦੋਨਾਂ ਨੇ ਪਲਾਨਿੰਗ ਬਣਾਈ ਔਰ ਇਹਨੂੰ ਇੱਕ ਡਕੈਤੀ ਦਾ ਰੰਗ ਦੇ ਕੇ ਤੇ ਖਤਮ ਕਰ ਦਿਆਂਗੇ। ਇਹ ਸੀ ਅੱਜ ਦਾ ਵੀਲੌਗ ਜਿਹੜਾ ਉਮੈਰ ਔਰ ਕਨੂਤ ਨੇ ਪਲਾਨਿੰਗ ਦੇ ਨਾਲ ਅਲੀ ਰਜ਼ਾ ਨੂੰ ਮਾਰਿਆ, ਲੇਕਿਨ ਫਸ ਫਿਰ ਗਏ ਦੋਨੋਂ। ਤੇ ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ, ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ ਚ ਰੱਖੇ। अस्सलामु अलैकुम व रहमतुल्लाहि व बरकातहू।